ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ। ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਮਿਹਰਾਮਤ ਦੇ ਸਦਕਾ ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਹੈ। ਜੋ ਉਪਦੇਸ਼ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਾਹਾਂ ਦੇ ਵਿੱਚ ਅੱਜ ਦੇ ਮਹੀਨੇ ਪ੍ਰਥਾਏ ਸਾਡੇ ਸਨਮੁਖ ਰੱਖਿਆ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਇਸ ਪਾਵਨ ਬਚਨ ਦੇ ਵਿੱਚ ਆਖਦੇ ਨੇ, ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਤਕ ਕਰਮ ਕਮਾਵਣੇ। ਕਤਕ ਦੇ ਮਹੀਨੇ ਦੇ ਅੰਦਰ ਜੀਵ ਨੇ ਕਰਮ ਕਮਾਵਣੇ ਨੇ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਆਪਣੇ ਕਰਮਾਂ ਦਾ ਦੋਸ਼ ਕਿਸੇ ਹੋਰ ਦੇ ਸਿਰ ਨਾ ਮੜੀ। ਦੋਸ਼ ਨਾ ਕਾਹੂ ਜੋਗ। ਖਿਆਲ ਕਰਨਾ, ਵਿਦਵਾਨਾਂ ਨੇ 3 ਤਰ੍ਹਾਂ ਦੇ ਕਰਮ ਮੰਨੇ ਨੇ। ਇੱਕ ਕਿਰਿਆਮਾਨ, ਜੋ ਹੁਣ ਕੀਤੇ ਜਾ ਰਹੇ ਨੇ, ਜੋ ਮਨੁੱਖ ਕਰ ਰਿਹਾ ਹੈ ਇਸ ਵੇਲੇ, ਉਹਨੂੰ ਕਿਰਿਆਮਾਨ ਕਰਮ ਕਹਿੰਦੇ ਨੇ। ਦੂਸਰਾ ਪਰਾਵਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇ ਪ੍ਰਾਪਤ ਹੋਈ ਹੈ, ਭਾਵ ਜੋ ਅਸੀਂ ਪਿੱਛੇ ਕਰਮ ਕਰਕੇ ਹਟੇ ਹਾਂ, ਉਹਦੇ ਅਨੁਸਾਰ ਜੋ ਸਾਨੂੰ ਇਹ ਦੇਹੀ ਪ੍ਰਾਪਤ ਹੋਈ ਹੈ, ਉਹਨੂੰ ਪਰਾਵਧ ਕਰਮ ਕਹਿੰਦੇ ਨੇ। ਤੀਸਰੇ ਸੰਚਿਤ ਕਰਮ ਨੇ, ਉਹ ਜੋ ਮਨੁੱਖ ਦੇ ਬਾਕੀ ਚੱਲੇ ਆ ਰਹੇ ਨੇ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ, ਉਹਨੂੰ ਕਹਿੰਦੇ ਨੇ ਸੰਚਿਤ ਕਰਮ। ਔਰ ਸਤਿਗੁਰੂ ਮਹਾਰਾਜ ਨੇ ਵੀ ਪਾਵਨ ਬਾਣੀ ਦੇ ਵਿੱਚ ਮਨੁੱਖ ਦੇ ਪ੍ਰਥਾਈ ਇਹ ਗੱਲ ਕਹੀ ਹੈ ਕਿ ਜਿੱਥੇ ਮਨੁੱਖ ਕਰਮ ਜੂਨ ਹੈ, ਉੱਥੇ ਨਾਲ ਹੀ ਭੋਗ ਜੂਨ ਹੈ। ਸੰਸਾਰ ਦੀਆਂ ਬਾਕੀ ਜਿਤਨੀਆਂ ਵੀ ਜੂਨਾਂ ਨੇ ਮਨੁੱਖ ਨੂੰ ਛੱਡ ਕੇ, ਉਹ ਸਾਰੀਆਂ ਭੋਗ ਜੂਨਾਂ ਨੇ, ਪਰੰਤੂ ਮਨੁੱਖ ਕਰਮ ਜੂਨ ਵੀ ਹੈ ਤੇ ਭੋਗ ਜੂਨ ਵੀ ਹੈ। ਔਰ ਸਤਿਗੁਰੂ ਮਹਾਰਾਜ ਜੀਵਨ ਨੂੰ ਇੱਕ ਪੱਖ ਤੋਂ ਦੂਜੇ ਪੱਖ ਤੱਕ ਲਿਜਾਉਣ ਦਾ ਉਪਦੇਸ਼ ਪਾਵਨ ਬਾਣੀ ਦੇ ਵਿੱਚ ਸਾਡੇ ਸਨਮੁਖ ਰੱਖਦੇ ਨੇ। ਸਤਿਗੁਰੂ ਮਹਾਰਾਜ ਬਾਰ-ਬਾਰ ਮਨੁੱਖ ਨੂੰ ਇਹ ਗੱਲ ਚੇਤੇ ਕਰਵਾਉਂਦੇ ਨੇ, ਇਹ ਸਰੀਰ ਤੇਰਾ ਜਿਹੜਾ ਹੈ ਇੱਕ ਧਰਤੀ ਦੀ ਨਿਆਈ ਹੈ, ਇਹਦੇ ਵਿੱਚ ਤੂੰ ਬੀਜ ਜਿਹੜਾ ਹੈ ਉਹ ਕਰਮਾ ਰੂਪੀ ਪਾਉਣਾ ਹੈ, ਜਿਹੜਾ ਵੱਡਾ ਹੋ ਕਰਕੇ ਤੈਨੂੰ ਫਲ ਦੇ ਰੂਪ ਦੇ ਵਿੱਚ ਪ੍ਰਾਪਤ ਹੋਣਾ ਹੈ। ਜੇ ਤੂੰ ਚੰਗੇ ਕਰਮ ਕਰੇਂਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੁੱਖ ਦੇ ਰੂਪ ਦੇ ਵਿੱਚ ਫਲ ਮਿਲ ਜਾਏਗਾ। ਜੇ ਤੂੰ ਮਾੜੇ ਕਰਮ ਕਰੇਂਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹੀ ਫਲ ਜਿਹੜਾ ਹੈ ਉਹ ਵੱਧ ਕਰਕੇ ਤੈਨੂੰ ਦੁੱਖ ਦੇ ਰੂਪ ਦੇ ਵਿੱਚ ਮਿਲੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੂਵੈ ਸੋ ਖਾਤ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਬੀਜਦਾ ਹੈ ਉਹੀ ਫਿਰ ਇਹਨੂੰ ਖਾਣਾ ਪੈਂਦਾ ਹੈ। ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਇਹ ਸਮਝਾਇਆ, ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਖਿਆਸ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਬੀਜਦਾ ਹੈ
ਉਹੀ ਜਿਹੜਾ ਹੈ ਇਹਨੂੰ ਵੱਢਣਾ ਪੈਂਦਾ ਹੈ, ਉਹੀ ਫਿਰ ਇਹਨੂੰ ਖਾਣਾ ਪੈਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜੀਵ ਦਾ ਸੁਭਾਵ ਹੈ ਵੀ ਜਦੋਂ ਤੇ ਇਹ ਕੀਤੇ ਹੋਏ ਕਰਮਾਂ ਦੇ ਨਾਲ ਇਹਨੂੰ ਸੁੱਖ ਮਿਲਦਾ ਹੈ ਤੇ ਫਿਰ ਇਹ ਆਪਣੇ ਜੀਵਨ ਦੇ ਅੰਦਰ ਇਸ ਨੂੰ ਵਡਿਆਈ ਆਪਣੀ ਸਮਝਦਾ ਹੈ। ਪਰ ਜੇਕਰ ਇਹਨੂੰ ਦੁੱਖ ਆਵੇ ਤੇ ਫਿਰ ਉਹਦਾ ਦੋਸ਼ ਜਿਹੜਾ ਹੈ ਉਹ ਦੂਸਰੇ ਦੇ ਸਿਰ ਮੜ ਦਿੰਦਾ ਹੈ। ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਸਪਸ਼ਟ ਕਰਦੇ ਨੇ, ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸਤਿਗੁਰੂ ਮਹਾਰਾਜ ਦੱਦੇ ਅੱਖਰ ਤੋਂ ਸੰਬੋਧਨ ਕਰਦਿਆਂ ਸਾਨੂੰ ਸਮਝਾਉਂਦੇ ਨੇ, ਦੋਸ਼ ਕਿਸੇ ਹੋਰ ਨੂੰ ਨਾ ਦੇ, ਇਹ ਤੇਰੇ ਆਪਣੇ ਕਰਮਾਂ ਦਾ ਨਤੀਜਾ ਹੈ। ਜੋ ਤੂੰ ਕੀਤਾ ਹੈ ਉਹੀ ਤੈਨੂੰ ਪਾਉਣਾ ਪਏਗਾ, ਹੋਰ ਕਿਸੇ ਨੂੰ ਦੋਸ਼ ਜਿਹੜਾ ਹੈ ਉਹ ਨਾ ਦੇ। ਜੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾ ਰਾਹੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੁੱਖ ਤੇ ਸੁੱਖ ਤੇਰੇ ਪੂਰਵ ਬੀਤੇ ਹੋਏ ਜਨਮ ਦੇ ਵਿੱਚ ਜਿਹੜੇ ਤੂੰ ਕਰਮ ਕੀਤੇ ਨੇ ਉਹਦੇ ਅਨੁਸਾਰ ਤੈਨੂੰ ਪ੍ਰਾਪਤ ਹੋਇਆ, ਇਹ ਉਹ ਮਾਲਕ ਹੀ ਜਾਣਦਾ ਹੈ। ਪਰ ਤੂੰ ਆਪਣਾ ਇਹ ਦੋਸ਼ ਕਿਸੇ ਹੋਰ ਦੇ ਸਿਰ ਨਾ ਮੜ, ਇਹ ਤੇਰਾ ਆਪਣਾ ਦੋਸ਼ ਹੈ, ਕਿਉਂਕਿ ਤੇਰੇ ਆਪਣੇ ਕੀਤੇ ਹੋਏ ਕਰਮ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਦੋਸ਼ ਨਾ ਦੀਜੈ ਕਾਹੂ ਜੋਗ, ਜੋ ਕਮਾਵਣ ਸੋਈ ਭੋਗ। ਸਭ ਕਹਿਣ ਲੱਗੇ ਹੋਰ ਕਿਸੇ ਨੂੰ ਦੋਸ਼ ਨਾ ਦੇ, ਜੋ ਤੂੰ ਕਮਾਉਂਦਾ ਉਹੀ ਤੈਨੂੰ ਭੁਗਤਣਾ ਪੈਂਦਾ ਹੈ। ਇੱਥੋਂ ਤੱਕ ਕਿ ਮਨੁੱਖ ਪਰਮੇਸ਼ਰ ਨੂੰ ਵੀ ਉਲਾਮੇ ਦੇਣ ਤੱਕ ਚਲੇ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਨਾਰਾਇਣ ਨਿੰਦਸ ਕਾਹੇ ਭੁੱਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਬਾਬਾ ਨਾਮਦੇਵ ਜੀ ਕਹਿੰਦੇ ਨੇ, ਐ ਮੇਰੀ ਭੁੱਲੀ ਜਿੰਦੇ, ਤੂੰ ਨਾਰਾਇਣ ਪਰਮੇਸ਼ਰ ਨੂੰ ਜਿਹੜਾ ਹੈ ਉਹ ਕਿਉਂ ਨਿੰਦਦੀ ਪਈ ਹੈ? ਤੇਰੇ ਕੀਤੇ ਹੋਏ ਮਾੜੇ ਕਰਮ ਤੇ ਚੰਗੇ ਕਰਮ, ਇਹਦਾ ਨਤੀਜਾ ਜਿਹੜਾ ਹੈ ਉਹ ਸਾਰਾ ਨਿਕਲਦਾ ਪਿਆ ਹੈ ਤੇ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਜਿਹੜਾ ਹੈ ਉਹ ਆਉਂਦੇ ਪਏ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਮਾਲਕ ਨੇ ਹੀ ਇਹ ਦੁੱਖ ਜਿਹੜੇ ਨੇ ਜਾਂ ਸੁੱਖ ਜਿਹੜੇ ਨੇ ਤੇਰੇ ਕਰਮਾਂ ਦੇ ਅਨੁਸਾਰ ਜਿਹੜੇ ਨੇ ਉਹ ਦਿੱਤੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਫਿਰ ਐ ਜੀਵ ਤੂੰ ਇਹੋ ਜਿਹੇ ਕਰਮ ਕਰ ਜਿਹਦੇ ਨਾਲ ਤੈਨੂੰ ਸੁੱਖ ਪ੍ਰਾਪਤ ਹੋਏ। ਬਾਬਾ ਕਬੀਰ ਜੀ ਬੜੀ ਸੁੰਦਰ ਅਗਵਾਈ ਕਰਦੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ। ਬਾਬਾ ਕਬੀਰ ਜੀ ਕਹਿੰਦੇ ਇਸ ਸਰੀਰ ਰੂਪੀ ਖੇਤ ਦੇ ਵਿੱਚ ਇਹੋ ਜਿਹਾ ਬੀਜ ਬੀਜ ਜਿਹੜਾ 12 ਹੀ ਮਹੀਨੇ ਉਹ ਫਲਦਾ ਰਹੇ ਤੇ ਤੈਨੂੰ ਸੀਤਲ ਛਾਇਆ ਭਾਵ ਠੰਡੀ ਛਾਂ ਸੁੱਖ ਦਿੰਦੀ ਹੈ, ਗਹਿਰ ਫਲੰਤ ਫਲ ਵੀ ਸੁੱਖ ਦਿੰਦੇ ਨੇ, ਤੇ ਇਹ ਮਨ ਰੂਪੀ ਪੰਖੀ ਜਿਹੜਾ ਹੈ ਉਹ ਖੁਸ਼ ਰਹੇ। ਇਹੋ ਜਿਹਾ ਬੀਜ ਸਤਿਗੁਰੂ ਮਹਾਰਾਜ ਸਾਨੂੰ ਬੀਜਣ ਦੇ ਵਾਸਤੇ ਪ੍ਰੇਰਨਾ ਦਿੰਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹ ਮਨੁੱਖ ਤੂੰ ਆਪਣੇ ਜੀਵਨ ਦੇ ਅੰਦਰ ਕਰਮ ਜਿਹੜੇ ਨੇ ਉਹ ਚੰਗੇ ਕਰ। ਤੇ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰਮੇਸ਼ਰ ਨੂੰ ਭੁਲਾ ਕੇ ਕੀਤੇ ਹੋਏ ਕੰਮ ਜਿਹੜੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਤੈਨੂੰ ਰੋਗ ਅਨੁਸਾਰ ਚੁੰਬੜ ਜਾਂਦੇ ਨੇ, ਉਹ ਰੋਗ ਤੈਨੂੰ ਵਿਆਪ ਜਾਂਦੇ ਨੇ ਜੀਵਨ ਦੇ ਅੰਦਰ, ਤੇ ਤੇਰੇ ਜੀਵਨ ਦੇ ਅੰਦਰ ਉਹ ਰੋਗ ਜਿਹੜਾ ਹੈ ਉਹ ਦੁੱਖ ਜਿਹੜੇ ਨੇ ਤੇਰੇ ਜੀਵਨ ਦੇ ਅੰਦਰ ਆ ਜਾਂਦੇ ਨੇ, ਕਿਉਂਕਿ ਪਰਮੇਸ਼ਰ ਨੂੰ ਭੁੱਲਿਆ ਦੁੱਖ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਐ, ਜੇ ਕੀਚੇ ਲੱਖ ਉਪਾਵ ਤਾਂ ਕਹੀ ਨਾ ਭੁੱਲੀਐ। ਜਿਸ ਨੂੰ ਵਿਸਰੇ ਨਾਉ, ਜਿਹਨੂੰ ਪਰਮੇਸ਼ਰ ਵਿਸਰ ਜਾਂਦਾ, ਸਹਿਬ ਕਹਿਣ ਲੱਗੇ ਸੋ ਨਿਰਦਨ ਕਾਢੀਐ। ਜਿਸ ਨੂੰ ਵਿਸਰੇ ਨਾਉ ਸੋ ਜੋਨੀ ਹਾਡੀਐ, ਉਹ ਜੂਨਾਂ ਦੇ ਵਿੱਚ ਪੈਂਦਾ ਹੈ। ਜਿਸ ਖਸਮ ਨਾ ਆਵੈ ਚਿੱਤ, ਤਿਸ ਜਮ ਡੰਡ ਦੇ। ਜਿਸ ਖਸਮ ਨਾ ਆਵੀ ਚਿੱਤ, ਰੋਗੀ ਸੇ ਗਣੇ।
जिस खसम न आवी चित, सो खरो हंकारियां। सोई दोहेला जग, जिन नाਉ ਵਸਾਰੀਆਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਖਸਮ ਨੂੰ ਵਿਸਰਿਆਂ ਜਮਾਂ ਦਾ ਡੰਡ, ਰੋਗ ਲੱਗ ਜਾਂਦੇ ਨੇ, ਮਨੁੱਖ ਹੰਕਾਰੀ ਹੋ ਜਾਂਦਾ ਹੈ। ਤੇ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਬੇਮੁਖ ਹੋਏ RAM ਤੇ, ਲੱਗਣ ਜਨਮ ਵਿਜੋਗ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਪਰਮੇਸ਼ਰ ਤੋਂ ਬੇਮੁਖ ਹੋਇਆ, ਬੇਮੁਖ ਹੋਏ RAM ਤੇ, ਲੱਗਣ ਜਨਮ ਵਿਜੋਗ, ਜਨਮਾਂ ਦੇ ਵਿਛੋੜੇ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਮਨੁੱਖ ਦੀ ਹਾਲਤ ਕੀ ਹੁੰਦੀ ਹੈ? ਜਮ ਜਮ ਮਰੈ, ਮਰੈ ਫਿਰ ਜਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਜਿਨ ਕੀਤਾ ਤਿਸੇ ਨਾ ਜਾਣੀ ਅੰਦਾ, ਤਾਂ ਦੁੱਖ ਸਹੇ ਪਰਾਣੀਆਂ। ਫਿਰ ਮਨੁੱਖ ਜੰਮਦਾ ਹੈ ਤੇ ਮਰਦਾ ਹੈ, ਜੰਮਦਾ ਹੈ ਮਰਦਾ ਹੈ, ਭਾਵ ਉਹਨੂੰ ਜੂਨਾਂ ਦੇ ਵਿੱਚ ਆਉਣਾ ਪੈਂਦਾ ਹੈ। ਤੇ ਸਤਿਗੁਰੂ ਮਹਾਰਾਜ ਅਗਲੀ ਪੰਕਤੀ ਵਿੱਚ ਸਮਝਾਉਣਾ ਕਰਦੇ ਨੇ ਖਿਨ ਮੈਂ ਕੋੜੇ ਹੋਏ ਗਏ, ਜਿਤੜੇ ਮਾਇਆ ਭੋਗ। ਖਿਨ ਦੇ ਵਿੱਚ ਭਾਵ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਹ ਭੋਗ ਕੌੜੇ ਹੋ ਜਾਂਦੇ ਨੇ ਜਿਹੜੇ ਮਨੁੱਖ ਮਾਇਆ ਦੇ ਭੋਗਦਾ ਹੈ ਪਰਮੇਸ਼ਰ ਨੂੰ ਵਿਸਾਰ ਕੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਉਸ ਖਸਮ ਨੂੰ ਵਿਸਾਰ ਕੇ ਤੇ ਫਿਰ ਕੀ ਹੁੰਦਾ ਹੈ? ਖਸਮ ਵਿਸਾਰ ਕੀਏ ਰਸ ਭੋਗ, ਤਾ ਤਨ ਉਠ ਖਲੋਏ ਰੋਗ। ਬਾਬਾ ਫਰੀਦ ਜੀ ਕਹਿੰਦੇ ਨੇ ਉਸ ਖਸਮ ਨੂੰ ਵਿਸਾਰ ਕੇ ਕੀਤੇ ਹੋਏ ਭੋਗ ਉਹ ਤਨ ਦੇ ਵਿੱਚ ਰੋਗ ਪੈਦਾ ਕਰ ਦਿੰਦੇ ਨੇ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਬਾਬਾ ਫਰੀਦ ਜੀ ਕਹਿੰਦੇ ਨੇ ਇਸ ਮਨ ਅੰਧੇ ਨੂੰ ਸਜ਼ਾ ਮਿਲਦੀ ਹੈ ਤੇ ਫਿਰ ਵੈਦ ਵੀ ਜਿਹੜਾ ਹੈ ਉਹ ਦਾਰੂ ਨਹੀਂ ਦੇ ਸਕਦਾ। ਤੇ ਬਾਬਾ ਫਰੀਦ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਪਰਮੇਸ਼ਰ ਦੇ ਨਾਲੋਂ ਟੁੱਟ ਕੇ ਕੀਤੇ ਹੋਏ ਕਰਮ ਜਿਹੜੇ ਨੇ, ਕੀਤੇ ਹੋਏ ਭੋਗ ਨੇ, ਉਹ ਦੁੱਖਾਂ ਦਾ ਕਾਰਨ ਬਣਦੇ ਨੇ। ਤੇ ਬਿਲਕੁਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸੰਸਾਰ ਦੇ ਅੰਦਰ ਵਿਸ ਦੀਆਂ ਗੰਧਲਾਂ ਹੋਵਣ ਤੇ ਉਹਦੇ ਉੱਤੇ ਖੰਡ ਜਿਹੜਾ ਹੈ ਉਹ ਚਾੜ੍ਹੀ ਹੋਵੇ। ਅਸਲ ਦੇ ਵਿੱਚ ਉਹ ਬਾਹਰੋਂ ਤੇ ਬੜੇ ਮਿੱਠੇ ਲੱਗਦੇ ਨੇ ਇਹ ਪਦਾਰਥ ਭੋਗਣੇ, ਪਰ ਉਹ ਅੰਦਰੋਂ ਜਿਹੜੇ ਨੇ ਉਹ ਜ਼ਹਿਰ ਦੀ ਨਿਆਈ ਹੈ, ਉਹ ਜੀਵਨ ਨੂੰ ਜਿਹੜਾ ਹੈ ਉਹ ਬਰਬਾਦ ਕਰ ਦਿੰਦੇ ਨੇ। ਤੇ ਸਤਿਗੁਰੂ ਮਹਾਰਾਜ ਫਿਰ ਅਗਲੀ ਪੰਕਤੀ ਵਿੱਚ ਸਮਝਾਉਣਾ ਕਰਦੇ ਨੇ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੋਈ ਵਿੱਚ ਵਿਚੋਲਾ ਕੁਝ ਵੀ ਨਹੀਂ ਕਰ ਸਕਦਾ, ਤੂੰ ਫਿਰ ਕਿੱਥੇ ਜਾ ਕੇ ਆਪਣਾ ਦੁੱਖ ਜਿਹੜਾ ਹੈ ਉਹ ਸੁਣਾਵੇਂਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਪ ਕਰਿੰਦੜ ਸਰ ਪਰ ਮੁੱਠੈ, ਅਜਰਾਇਲ ਫੜੇ ਫੜ ਕੁੱਠੈ। ਦੋਜਕ ਪਾਏ ਸਿਰਜਨਹਾਰੇ, ਲੇਖਾ ਮੰਗੈ ਬਾਣੀਆਂ। ਸੰਗ ਨਾ ਕੋਈ ਭਇਆ ਬੀਬਾ, ਮਾਲ ਜੋਵਨ ਧਨ ਛੋੜ ਵਜੇਸਾ। ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉ ਕਾਣੀਆਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਕੋਈ ਵੀ ਭੈਣ ਭਰਾ ਜਿਹੜਾ ਹੈ ਉਹ ਸਾਥ ਨਹੀਂ ਦਿੰਦਾ, ਉਹ ਸਭ ਸਾਥ ਛੱਡ ਦਿੰਦੇ ਨੇ ਜਿਸ ਵਕਤ ਫਿਰ ਮਨੁੱਖ ਨੂੰ ਲੇਖਾ ਦੇਣਾ ਪੈਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਆਖੇ ਰੇ ਮਨਾ, ਸੁਣੀਏ ਸੱਚ ਸਹੀ। ਲੇਖਾ ਰੱਬ ਮੰਗੇਸੀਆਂ, ਬੈਠਾ ਕੱਢ ਵਹੀ। ਫਿਰ ਕਹਿਣ ਲੱਗੇ ਜਦੋਂ ਉਹ ਲੇਖਾ ਮੰਗਦਾ ਹੈ ਵਹੀ ਕੱਢ ਕੇ ਤੇ ਕੋਈ ਸਾਥ ਨਹੀਂ ਜੇ ਦਿੰਦਾ। ਤੇ ਸਤਿਗੁਰੂ ਮਹਾਰਾਜ ਅੱਗੇ ਕਹਿੰਦੇ ਨੇ ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਸਤਿਗੁਰੂ ਮਹਾਰਾਜ ਕਹਿੰਦੇ ਨੇ ਧੁਰ ਤੋਂ ਲਿਖੇ ਹੋਏ ਸੰਜੋਗ ਜਿਹੜੇ ਪੁਰਾਤਨ ਕੀਤੇ ਹੋਏ ਸਾਡੇ ਕਰਮ ਨੇ ਉਸ ਅਨੁਸਾਰ ਉਹ ਲੇਖ ਲਿਖੇ ਜਾਂਦੇ ਨੇ ਤੇ ਫਿਰ ਕੁਝ ਵੀ ਨਹੀਂ ਹੋ ਸਕਦਾ। ਜਪਜੀ ਸਾਹਿਬ ਦੇ ਪਾਵਨ ਬਚਨਾਂ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਆਪੇ ਬੀਜ ਆਪੇ ਹੀ ਖਾਓ,
ਨਾਨਕ ਹੁਕਮੀ ਆਵੋ ਜਾਹੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪੁੰਨ ਤੇ ਪਾਪ ਕੇਵਲ ਆਖਣ ਤੱਕ ਨਹੀਂ ਹੈ, ਇਹ ਤੇ ਜਿਹੋ ਜਿਹਾ ਕਰਮ ਕਰੇਗਾ ਉਹੋ ਜਿਹਾ ਲਿਖਿਆ ਜਾਣਾ ਹੈ, ਜਿਹੋ ਜਿਹਾ ਬੀਜੇਗਾ ਉਹੋ ਜਿਹਾ ਖਾਣਾ ਪੈਣਾ ਹੈ, ਤੇ ਉਸ ਮਾਲਕ ਦੇ ਹੁਕਮ ਦੇ ਅਨੁਸਾਰ ਫਿਰ ਜੰਮਣ ਮਰਨ ਦਾ ਗੇੜ ਜਿਹੜਾ ਹੈ ਉਹ ਬਣ ਜਾਂਦਾ ਹੈ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਵੱਡੇ ਭਾਗਾਂ ਦੇ ਨਾਲ ਪ੍ਰਭ ਮਿਲੇ, ਪਰਮੇਸ਼ਰ ਮਿਲ ਜਾਵੇ, ਉਤਰੇ ਸਭ ਵਿਯੋਗ, ਤਾਂ ਫਿਰ ਸਾਰੇ ਵਿਛੋੜੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਉਸ ਮਾਲਕ ਦੇ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਰਦਾਸ ਕਰ, ਬੇਨਤੀ ਕਰ ਕਿ ਇਹ ਪਰਮੇਸ਼ਰ ਅਕਾਲ ਪੁਰਖ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲੈ। ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ। पूर्व जन्म हम तुमरे सेवक, अब तो मिटया न जाई। तेरे दुआरे तुन सहज की, माथे मेरे दगाई। जिमें कुकर अपने मालक नूं छड्ड के नहीं जे जांदा, इसे तरह तू भी उस अपने मालक नूं छड्ड के ना जा, ਉਹਦੇ ਦਰ ਦੇ ਉੱਤੇ ਬੈਠ ਜਾ। ਉਹ ਇੱਕ ਦਿਨ ਤੈਨੂੰ ਆਪਣੇ ਗਲ ਦੇ ਨਾਲ ਜ਼ਰੂਰ ਲਾ ਤੇ ਆਪਣੇ ਮੁਖ ਦੇ ਵਿੱਚੋਂ ਇਹ ਗੱਲ ਕਹਿ, ਕਬੀਰ ਕੇਸੋ ਕੇਸੋ ਕੁਕੀਐ, ਨਾ ਸੋਈਏ ਆਸਾਰ। ਰਾਤ ਦਿਵਸ ਕੇ ਕੂਕਨੇ, ਕਬੂ ਕੇ ਸੁਣੈ ਪੁਕਾਰ। ਕਹਿਣ ਲੱਗੇ ਤੂੰ ਆਪਣੇ ਵੱਲੋਂ ਯਤਨ ਜਾਰੀ ਰੱਖ, ਉਸ ਮਾਲਕ ਦੇ ਅੱਗੇ ਬੇਨਤੀ ਕਰ, ਉਹ ਕਦੀ ਨਾ ਕਦੀ ਤੇ ਤੇਰੀ ਪੁਕਾਰ ਸੁਣ ਕੇ ਤੈਨੂੰ ਆਪਣੇ ਨਾਲ, ਆਪਣੇ ਗਲ ਦੇ ਨਾਲ ਜ਼ਰੂਰ ਲਾ ਲਏਗਾ। ਬਾਬਾ ਰਵਿਦਾਸ ਜੀ ਵੀ ਕਹਿੰਦੇ ਨੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਬੜੇ ਜਨਮ ਹੋ ਗਏ ਪਰਮੇਸ਼ਰ ਤੇਰੇ ਨਾਲੋਂ ਵਿਛੜਿਆ ਹੋਇਆ, ਇਹ ਜਨਮ ਮਿਲਿਆ ਹੈ ਇਹ ਤੇਰੇ ਲੇਖੇ ਲਾ ਦਿੱਤਾ। ਕਹਿ ਰਵਿਦਾਸ ਆਸ ਲਗ ਜੀਵੋ, ਇੱਕ ਆਸ ਲਾ ਕੇ ਮੈਂ ਜਿਉਂਦਾ ਹਾਂ। ਚਿਰ ਪਇਓ ਦਰਸ਼ਨ ਦੇਖੇ, ਬੜਾ ਚਿਰ ਹੋ ਗਿਆ ਤੇਰੇ ਦਰਸ਼ਨ ਕੀਤਿਆਂ, ਕਿਰਪਾ ਕਰ ਆਪਣੇ ਦਰਸ਼ਨ ਜਿਹੜੇ ਨੇ ਉਹ ਕਰਵਾ। ਜੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਦਾ ਅਰਥ ਹੁੰਦਾ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲਾ। ਇਹ ਪਰਮੇਸ਼ਰ ਬੰਦੀ ਛੋੜ ਮੈਨੂੰ ਰੱਖ ਲੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਗੌੜੀ ਦੇ ਰਾਗ ਦੇ ਅੰਦਰ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਪੰਜ ਵਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰੇ ਔਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ। ਉਸ ਮਾਲਕ ਦੀ ਸ਼ਰਨ ਦੇ ਵਿੱਚ ਆ ਜਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਜਿਹੜਾ ਹੈ ਉਹ ਬੰਦੀ ਛੋੜ ਹੈ, ਉਹ ਬੰਧਨਾਂ ਦੇ ਵਿੱਚੋਂ ਕੱਢ ਲੈਂਦਾ ਹੈ। ਤੇ ਸਤਿਗੁਰੂ ਮਹਾਰਾਜ ਅਖੀਰ ਦੇ ਵਿੱਚ ਕਹਿੰਦੇ ਨੇ ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕੱਤਕ ਦੇ ਮਹੀਨੇ ਦੇ ਅੰਦਰ ਜੇ ਤੂੰ ਸਤ ਸੰਗਤ ਵਿੱਚ ਜਾਵੇਂਗਾ, ਕੱਤਕ ਹੋਵੇ ਸਾਧ ਸੰਗ, ਸਤ ਸੰਗਤ ਵਿੱਚ ਚਲਾ ਜਾਵੇਂ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਨਸੇ ਸਭੇ ਸੋਚ। ਸੋਚ ਦਾ ਮਤਲਬ ਫਿਕਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇਰੇ ਸਾਰੇ ਫਿਕਰ ਜਿਹੜੇ ਨੇ ਉਹ ਖਤਮ ਹੋ ਜਾਵਣਗੇ, ਬਿਨਸ ਜਾਵਣਗੇ ਜੇ ਤੂੰ ਸਤ ਸੰਗਤ ਦੇ ਵਿੱਚ ਚਲਾ ਜਾਏਗਾ। ਕਿਉਂਕਿ ਸਤਿਗੁਰੂ ਮਹਾਰਾਜ ਗੁਰਬਾਣੀ ਦੇ ਅੰਦਰ ਵਾਰ-ਵਾਰ ਮਨੁੱਖ ਨੂੰ ਸੰਗਤ ਦੀ ਪ੍ਰੇਰਨਾ ਦੇ ਕੇ ਇਹ ਸਮਝਾਉਣਾ ਕਰਦੇ ਹਨ ਕਿ ਸਤ ਸੰਗਤ ਵਿੱਚ ਜਾ ਕੇ ਹੀ ਤੇਰਾ ਪਾਰ ਉਤਾਰਾ ਹੋਣਾ ਹੈ। ਖੋਜਤ ਖੋਜਤ ਸੁਣੀ ਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਤ ਸੰਗਤ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੋਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਸਤ ਸੰਗਤ ਵਿੱਚ ਜਾ ਤੇ ਸਤ ਸੰਗਤ ਦੇ ਵਿੱਚ ਜਾ ਕਰਕੇ ਪਰਮੇਸ਼ਰ ਦੀ ਆਰਾਧਨਾ ਕਰ, ਪਰਮੇਸ਼ਰ ਦੀ ਬੰਦਗੀ ਕਰ। ਫਿਰ ਉਹ ਮਾਲਕ ਜਿਹੜਾ ਹੈ ਉਹ ਤੇਰੇ ਫਿਕਰ ਜਿਹੜੇ ਨੇ ਉਹ ਸਾਰੇ ਖਤਮ ਕਰ ਦੇਵੇਗਾ।
ਕਿਉਂਕਿ ਉਹ ਮਾਲਕ ਬਖਸ਼ੰਦ ਹੈ, ਉਹ ਮਾਲਕ ਦੀਨਾਂ ਦਾ ਦਿਆਲ ਹੈ, ਉਹ ਮਾਲਕ ਕਿਰਪਾ ਕਰਕੇ ਤੇਰੇ ਦੁੱਖ ਕੱਟ ਦੇਵੇਗਾ। ਜੋ ਤੈਨੂੰ ਆਪਣੇ ਕਰਮਾਂ ਦੇ ਜਿਹੜੇ ਲੱਗੇ ਹੋਏ ਨੇ, ਉਹ ਤੇਰੇ ਕਰਮਾਂ ਦੇ ਰੋਗ ਜਿਹੜੇ ਨੇ, ਦੁੱਖ ਜਿਹੜੇ ਨੇ ਉਹ ਕੱਟ ਦੇਵੇਗਾ। ਤੇਰੀ ਫਿਕਰ, ਤੇਰੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਖਤਮ ਕਰ ਦੇਵੇਗਾ। ਅੱਜ ਦੇ ਮੁਬਾਰਕ ਬਚਨ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਇਹੀ ਸਾਨੂੰ ਸਮਝਾਉਣਾ ਕੀਤਾ ਕਿ ਆਪਣੇ ਕਰਮ ਜਿਹੜੇ ਹੈ ਉਸ ਨੂੰ ਚੰਗੇ ਬਣਾ ਲੈ, ਮਾੜੇ ਕਰਮਾਂ ਦਾ ਦੋਸ਼ ਕਿਸੇ ਹੋਰ ਨੂੰ ਨਾ ਦੇ। ਪਰਮੇਸ਼ਰ ਨੂੰ ਭੁੱਲ ਕੇ ਕੀਤੇ ਹੋਏ ਕਰਮ ਰੋਗ ਬਣ ਜਾਂਦੇ ਨੇ। ਉਸ ਮਾਲਕ ਤੋਂ ਬੇਮੁਖ ਹੋ ਕੇ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ। ਸੰਸਾਰ ਦੇ ਅੰਦਰ ਕੀਤੇ ਹੋਏ ਭੋਗ ਉਹ ਮਾਇਆ ਦੇ ਕੌੜੇ ਲੱਗਦੇ ਨੇ ਜੇ ਮਾਲਕ ਨਾ ਚੇਤੇ ਵਿੱਚ ਰਹੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਕੋਈ ਵੀ ਵਿਚੋਲਗੀ ਨਹੀਂ ਕਰ ਸਕਦਾ, ਕਿਉਂਕਿ ਉਹ ਮਾਲਕ ਤੇਰੇ ਕਰਮਾਂ ਅਨੁਸਾਰ ਤੈਨੂੰ ਇਹ ਦੁੱਖ ਤੇ ਸੁੱਖ ਦੇ ਰਿਹਾ ਹੈ। ਜੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੱਡੇ ਭਾਗ ਹੋ ਜਾਵਣ ਤੇ ਜਨਮਾਂ ਜਨਮੰਤਰਾਂ ਦੇ ਵਿਛੋੜੇ ਖਤਮ ਕਰ ਦਿੰਦਾ, ਕਿਉਂਕਿ ਉਹ ਮਾਲਕ ਬੰਦੀ ਛੋੜ ਹੈ। ਤੇ ਸਤਿਗੁਰੂ ਮਹਾਰਾਜ ਪ੍ਰੇਰਨਾ ਦਿੰਦੇ ਨੇ, ਐ ਮਨੁੱਖ ਸਾਧ ਸੰਗਤ ਵਿੱਚ ਜਲ ਜਾ, ਉੱਥੇ ਸਾਧ ਸੰਗਤ ਦੇ ਵਿੱਚੋਂ ਤੇਰੀਆਂ ਚਿੰਤਾਵਾਂ, ਤੇਰੇ ਤੋਖਲੇ, ਤੇਰੇ ਫਿਕਰ ਜਿਹੜੇ ਨੇ ਉਹ ਖਤਮ ਹੋ ਜਾਵਣਗੇ। ਸਤਿਗੁਰੂ ਮਹਾਰਾਜ ਕਿਰਪਾ ਕਰੇ ਚੜ੍ਹੇ ਹੋਏ ਮਹੀਨੇ ਦੇ ਅੰਦਰ ਅਸੀਂ ਵੀ ਮਾਲਕ ਦੀ ਹਜ਼ੂਰੀ ਦੇ ਅੰਦਰ ਸਤ ਸੰਗਤ ਮਾਣੀਏ ਤੇ ਆਪਣੇ ਜੀਵਨ ਦੇ ਅੰਦਰੋਂ ਆਨੰਦ ਤੇ ਖੁਸ਼ੀਆਂ ਵਾਲਾ ਜੀਵਨ ਬਤੀਤ ਕਰ ਸਕੀਏ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।